बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਉਤੇ ਆਮੀਨ। ਸਾਰਿਆਂ ਨੂੰ ਯਿਸੂ ਮਸੀਹ ਦੀ पाक खुदा तू कर दे दया, ऐ पाक खुदा तू कर दे दया, ऐ पाक खुदा तू कर दे दया, मैनू ऐना काबिल बना। ऐ पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। पाक खुदा तू कर दे दया, मैनू ऐना काबिल बना। मैनू दनाई दा वरदान दे, तेरे पैदा नू जान सका। तेरे पैदा नू जान सका, तेरे पैदा नू जान सका। ਅੱਜ ਅਸੀਂ ਸਾਡੇ 11ਵੀਂ ਕਲਾਸ ਜਮਾਤ ਦਾ ਦੂਸਰਾ ਅਧਿਆਇ ਦੇਖਾਂਗੇ। ਅਧਿਆਇ ਦੂਸਰਾ ਵਿਆਹ ਦਾ ਸਾਕਰਮੈਂਟ। ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ਅਤੇ ਈਸਾਈ ਪਰਿਪੇਖ ਵਿੱਚ ਅਸੀਂ ਦੇਖੋਗੇ ਤਾਂ ਕਲੀਸਿਆ ਦੀ ਮੁੱਢਲੀ ਨੀਂਹ ਹੈ ਪਰਿਵਾਰ। ਸੋ ਵਿਆਹ ਦੇ ਨਾਲ ਇੱਕ ਪਰਿਵਾਰ ਬਣ ਜਾਂਦਾ ਹੈ। ਇੱਕ ਵਿਅਕਤੀ ਦੇ ਨਾਲ ਪਰਿਵਾਰ ਨਹੀਂ ਬਣ ਸਕਦਾ। ਇੱਕ ਔਰਤ ਅਤੇ ਇੱਕ ਮਰਦ ਵਿਆਹ ਦੇ ਸਾਕਰਮੈਂਟ ਦੇ ਨਾਲ ਇੱਕ ਹੋ ਜਾਂਦਾ ਹੈ, ਉੱਤੇ ਇੱਕ ਪਰਿਵਾਰ ਬਣ ਜਾਂਦਾ ਹੈ। ਵਿਆਹ ਕਿਸ ਨੇ ਸਥਾਪਿਤ ਕੀਤਾ? ਖੁਦਾ ਨੇ ਆਦਮ ਦੇ ਬਾਗ ਵਿੱਚ ਵਿਆਹ ਨੂੰ ਸਥਾਪਿਤ ਕੀਤਾ ਅਤੇ ਪ੍ਰਭੂ ਯਿਸੂ ਮਸੀਹ ਨੇ ਵਿਆਹ ਨੂੰ ਸਾਕਰਮੈਂਟ ਦਾ ਦਰਜਾ ਦਿੱਤਾ। ਬਾਬਾ ਆਦਮ ਨੂੰ ਬਣਾਉਣ ਤੋਂ ਬਾਅਦ ਖੁਦਾ ਨੇ ਇਹ ਸੋਚਿਆ ਕਿ ਵਿਅਕਤੀ ਇਕੱਲਾ ਰਹਿਣਾ ਚੰਗਾ ਨਹੀਂ, ਇਸ ਲਈ ਮੈਂ ਉਹਨਾਂ ਨੂੰ ਇੱਕ ਜੀਵਨ ਸਾਥੀ ਦੇਵਾਂਗੇ ਅਤੇ ਮਾਈ ਹਵਾ ਨੂੰ ਸ੍ਰਿਸ਼ਟੀ ਕਰਕੇ ਬਾਬਾ ਆਦਮ ਨੂੰ ਦਿੱਤਾ। ਅਤੇ ਜਦੋਂ ਉਹਨਾਂ ਦੋਵਾਂ ਮਿਲੇ, ਖੁਦਾ ਨੇ ਉਹਨਾਂ ਨੂੰ ਆਦਮ ਦੇ ਬਾਗ ਵਿੱਚ ਜੀਵਨ ਗੁਜ਼ਾਰਨ ਦੇ ਲਈ ਹੁਕਮ ਅਤੇ ਅਧਿਕਾਰ ਦਿੱਤੇ। ਉਸੇ ਤਰ੍ਹਾਂ ਖੁਦਾ ਨੇ ਵਿਆਹ ਦਾ ਸਥਾਪਨਾ ਕੀਤਾ। ਵਿਆਹ ਇੱਕ ਆਦਮੀ ਅਤੇ ਔਰਤ ਦਰਮਿਆਨ ਇਕਰਾਰਨਾਮਾ ਹੈ। ਫਿਰ ਸੰਤਾਨ ਦੀ ਪੈਦਾਇਸ਼। ਸੰਤਾਨ ਦੇ ਪੈਦਾਇਸ਼ ਹੋਣ ਦੇ ਬਾਅਦ ਕਿਹੜੀ ਜ਼ਿੰਮੇਵਾਰੀ ਆਵੇਗਾ? ਉਹਨਾਂ ਦੇ ਪਾਲਣ ਪੋਸ਼ਣ ਅਤੇ ਉਹਨਾਂ ਦੀ ਪੜ੍ਹਾਈ ਲਿਖਾਈ ਵੱਲ ਕੇਂਦਰਿਤ ਹੈ। ਬਪਤਿਸਮਾ ਗ੍ਰਹਿਣ ਕੀਤੇ ਆਦਮੀ ਅਤੇ ਔਰਤ ਵਿਚਕਾਰ ਸਥਾਪਿਤ ਇਕਰਾਰਨਾਮੇ ਨੂੰ ਪ੍ਰਭੂ ਯਿਸੂ ਮਸੀਹ ਨੇ ਸਾਕਰਮੈਂਟ ਦਾ ਦਰਜਾ ਦਿੱਤਾ। ਸੋ ਕੈਥੋਲਿਕ ਕਲੀਸਿਆ ਦੇ ਵਿੱਚ ਨਿਕਾਹ ਅਸੀਂ ਕਹਿੰਦਾ ਹੈ, ਉਹ ਦੋ ਕੈਥੋਲਿਕ ਦੇ ਵਿੱਚ ਹੋਣ ਵਾਲਾ ਵਿਆਹ ਨੂੰ ਅਸੀਂ ਨਿਕਾਹ ਕਹਿੰਦਾ ਹੈ। ਇੱਕ ਕੈਥੋਲਿਕ ਅਤੇ ਇੱਕ ਗੈਰ ਕੈਥੋਲਿਕ ਹੈ ਜਾਂ ਗੈਰ ਈਸਾਈ ਹੈ, ਉਹਨਾਂ ਨੂੰ ਨਿਕਾਹ ਨਹੀਂ ਕਹਿੰਦੇ। ਉਹਨਾਂ ਦਾ ਵੀ ਵਿਆਹ ਹੋ ਸਕਦਾ ਹੈ, ਪਰ ਇੱਕ ਕੋਈ ਡਿਸਪੈਂਸੇਸ਼ਨ ਜਾਂ ਅਨੁਮਤੀ ਬਿਸ਼ਪ ਜੀ ਜਾਂ ਪੋਪ ਸਾਹਿਬ ਤੋਂ ਲੈ ਕੇ ਅਸੀਂ ਵਿਆਹ ਕਰ ਸਕਦਾ ਹੈ। ਪਰ ਅਸਲ ਦੇ ਵਿੱਚ ਅਸੀਂ ਵਿਆਹ ਜਦੋਂ ਕਰਨਾ ਤਾਂ ਅਸੀਂ ਇਹ ਦੇਖਣਾ ਕਿ ਅਗਲਾ ਵਿਅਕਤੀ ਜੋ ਜੀਵਨ ਸਾਥੀ ਹੈ ਕੈਥੋਲਿਕ ਹੋਣਾ ਚਾਹੀਦਾ ਹੈ। ਖੁਦਾ ਨੇ ਵਿਆਹ ਦੀ ਰਸਮ ਨੂੰ ਮੁਕਰਰ ਕਰਦੇ ਕਿਹਾ। ਖੁਦਾ ਨੇ ਕੀ ਕਿਹਾ ਹੈ? ਇਹ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ, ਮੈਂ ਉਸ ਦੇ ਲਈ ਇੱਕ ਸਾਥੀ ਬਣਾਵਾਂਗਾ ਜੋ ਠੀਕ ਉਸ ਦੀ ਤਰ੍ਹਾਂ ਹੋਵੇਗਾ। ਸੋ ਜੋ ਵਿਆਹ ਕਰਦਾ ਹੈ ਉਹ ਸੋਚਣਾ ਕਿ ਮੇਰੇ ਜੀਵਨ ਸਾਥੀ ਮੇਰੀ ਤਰ੍ਹਾਂ ਹੈ, ਮੇਰੇ ਬਰਾਬਰ ਹੀ ਹੈ। ਵਿਆਹ ਦੇ ਬਾਅਦ ਇਹ ਨਹੀਂ ਕਿ ਆਦਮੀ ਕਹਿਣਾ ਕਿ ਮੈਂ ਵੱਡਾ ਹੈ, ਔਰਤ ਛੋਟਾ ਹੈ, ਨਹੀਂ। ਵਿਆਹ ਦੇ ਵਿੱਚ ਜਦੋਂ ਔਰਤ ਅਤੇ ਆਦਮੀ ਇੱਕ ਹੋ ਜਾਂਦਾ ਹੈ ਖੁਦਾ ਦੇ ਬਰਕਤ ਦੇ ਨਾਲ,
वो दोनों एक है, बराबर है। खुदा ने किया आत्मिक कल्ला ना रहे, उसी तरह औरत कल्ला ना रहे, इसलिए मैं एक साथी बनावांगा जो उसकी तरह होवेगा। सो ਜਦੋਂ ਤੁਸੀਂ ਵੱਡੇ ਹੋ ਕੇ ਸ਼ਾਦੀ ਕਰੋਗੇ ਉਹਦੇ ਬਾਅਦ ਤੁਸੀਂ ਆਪਣੇ ਜੀਵਨ ਸਾਥੀ ਉਤੇ ਹੁਕਮ ਨਹੀਂ ਚਲਾਣਾ, ਦੋਨੋਂ ਬਰਾਬਰ ਹੈ। ਜੋ ਵੀ ਫਰਜ਼ ਆ ਪਰਿਵਾਰ ਦੇ ਵਿੱਚ ਇੱਕ ਵਿਆਹ ਦੇ ਨਾਲ ਆਉਂਦਾ ਹੈ, ਉਹਦੇ ਵਿੱਚ ਦੋਨੋਂ ਬਰਾਬਰ ਜ਼ਿੰਮੇਵਾਰ ਹੈ। ਹੁਣ ਅਸੀਂ ਦੇਖਾਂਗੇ ਪਰਿਵਾਰ ਖੁਦਾ ਦੁਆਰਾ ਸਥਾਪਿਤ ਸੰਸਥਾ ਤੇ ਪਹਿਲੇ ਦੱਸਿਆ ਸੀ ਵਿਆਹ ਦੇ ਨਾਲ ਇੱਕ ਪਰਿਵਾਰ ਬਣ ਜਾਂਦਾ ਹੈ। ਸੋ ਪਰਿਵਾਰ ਅਸੀਂ ਕਹਿ ਸਕਦੇ ਕਿ ਖੁਦਾ ਦੁਆਰਾ ਸਥਾਪਿਤ ਇੱਕ ਸੰਸਥਾ ਹੈ। खुदा ने इंसान को क्यों बनाया? खुदा ने इंसान को अपने प्यार दे खातिर सृष्टि किया है। खुदा ने इसलिए नहीं इंसान ने बनाया कि इंसान खुदा दे सेवा कर दे रहे। खुदा इंसान को प्यार करता सी, खुदा प्यार है, वो प्यार दे खातिर खुदा इंसान ने बनाया। सो खुदा जिसने इंसान को प्यार दे खातिर पैदा किया, उस इंसान को पारिवारिक जिंदगी दे राही इस प्यार को वंडन लई बुलाउंदा है। सो हर एक इंसान जो इस धरती उत्ते जन्म लेंदा है वो खुदा दे प्यार दे खातिर जन्म लेंदा है। वो जन्म लिए व्यक्ति दा अगला फर्ज की है, वही प्यार इस दुनिया विच वंडना है। सो वो प्यार वंडन दे लिए हर एक इंसान बुलाया गया है। विआह सिर्फ समुची संस्था जा मनुख द्वारा सिरजिया रिश्ता नहीं है। ਤੁਸੀਂ ਇਹ ਨਾ ਸਮਝੋ ਕਿ ਮੈਂ ਇੱਕ ਗਿਰਜਾਘਰ ਦੇ ਵਿੱਚ ਗਿਆ ਅਤੇ ਮੈਂ ਇੱਕ ਔਰਤ ਨਾਲ ਸ਼ਾਦੀ ਕੀਤਾ ਔਰ ਜਦ ਮੇਰਾ ਜੀ ਚਾਹੇ ਉਹਨੂੰ ਛੱਡ ਸਕਦਾ ਨਹੀਂ ਹੈ। ਕਿਤਨੇ ਡਾਈਵੋਰਸਸ ਅੱਜ ਕੱਲ੍ਹ ਦੁਨੀਆ ਵਿੱਚ ਹੁੰਦਾ ਹੈ। ਸੋ ਜਦੋਂ ਤੁਸੀਂ ਵੱਡੇ ਹੋ ਕੇ ਇਹ कदम उठाओगे, कुछ लोग फादर बनोगे, कुछ लोग सिस्टर बनोगे, कुछ लोग सोचेंगे कि मैं पारिवारिक जीवन गुजारोगे। तो पारिवारिक जीवन गुजारने वाले वो सोचना है कि ये विवाह एक कोई कॉन्ट्रैक्ट नहीं है, कोई रिश्ता नहीं है जो समाज ने रखिया है, बट की है सगों एक खुदा द्वारा मनुख नूं अपनी सिरजना अते मुक्ति योजना विच भागीदार बनाउण लई उसारी संस्था है। सो जो कोई भी विआह करता है, दोवे हसबैंड अते वाइफ दोवे खुदा दे मुक्ति योजना विच भागीदार बनता है। सो असी ये नहीं सोचना कि हाँ जे मैनू ये बंदा चंगा नहीं लगा या ये औरत चंगा नहीं लगे मैं इन्हें छड़ देवांगा, बिल्कुल नहीं। क्योंकि विआह किसने स्थापित किया? खुदा ने स्थापित किया, और इसलिए किया कि खुदा दे प्यार दुनिया पर वंड सकन। तो हुण असी देखांगे खुदा दी योजना विच परिवार दा फर्ज या परिवार की है। असी देखांगे परिवार सब प्राणियों विचों परिवार सिर्फ मनुखों विच पाई जाने वाली उत्तम संस्था है और किते भी नहीं देख सकता। एक परिवार दे विच कौन कौन है? माता पिता अते बच्चे। वो हमेशा इकट्ठे रहिंदा है, मरण तक इकट्ठे रहिंदा है। हाँ तुसी पूछोगे नहीं फाद जी तुसी देखो शादी दे बाद वड्डा बेटा अलग घर बनाउंदा, पर फिर भी वो अपने कुटुंब दे विच है। भले इट्टां नाल बने अलग घर दे विच रहिंदे होण, पर जो उन्हां दा परिवार है वो कुटुंब है वो एक ही हुंदा है। पर जानवरां विच पंछियां विच इस तरह नहीं है। जदों जानवर पंछी थोड़ा वड्डे हो जाता है, अपने आप खाना लभ सकता है, वो अलग हो जाता है और पता नहीं किते किते उड़ जाता है। पर परिवार दे मेंबर उस तरह नहीं है। अगर एक बच्चा गुम हो जाता है, कितने वो बच्चे ने दोबारा मिलन तक परिवार दे हर एक मेंबर उस दुख दे विच रहिंदा है, पर जानवरां विच इस तरह नहीं है। इसलिए कहता है कि सब प्राणियों विचों परिवार सिर्फ मनुखों विच पाए जाने वाला उत्तम संस्था है। विआह एक बुलाहट भी है। तुसी ये ना सोचो कि जदों बुलाहट का शब्द असी सुनदा है साडे दिमाग दे विच की आवेगा? फादर लोग, सिस्टर लोग। तो तुसी नहीं साड़ा की असी तो साडे बस ये जीवन है और ये जीवन नूं जारी रखने लिए किन्नियां मुश्किलां असी सहना पैंदा है। फादर लोगों की जिंदगी, सिस्टर लोगों की जिंदगी बड़ा सरल है, नहीं। जिन्नियां मुश्किलां पारिवारिक जीवन दे विच भी है, उसी तरह उन्ने मुश्किलां भी ये धार्मिक समर्पित जीवन दे विच भी है। सो विआह एक बुलाहट है।
ਖੁਦਾ ਲੋਕਾਂ ਨੂੰ ਪਰਿਵਾਰਿਕ ਜ਼ਿੰਦਗੀ ਲਈ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਸੰਸਾਰ ਵਿੱਚ ਇੱਕ ਖਮੀਰ ਵਾਂਗ ਆਪਣੀ ਵਿਸ਼ੇਸ਼ਤਾ ਨਾਲ ਰਹਿਣ ਦਾ ਫਸਲ ਪ੍ਰਦਾਨ ਕਰਦਾ ਹੈ। ਅਸੀਂ ਇਹ ਨਹੀਂ ਸੋਚਣਾ ਕਿ ਹਾਂ ਮੇਰੇ ਪਰਿਵਾਰ ਉਸ ਸੋਸਾਇਟੀ ਦੇ ਹੋਰ ਕੋਈ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਹੈ। ਸਾਰੇ ਉਸ ਸਮਾਜ ਦੇ ਸਾਰੇ ਪਰਿਵਾਰ ਦੇ ਨਾਲ ਜੁੜੇ ਮਿਲੇ ਜੁਲੇ ਹੈ। ਸੋ ਇਸ ਮਿਲਣ ਜੁਲਣ ਦੇ ਵਿੱਚ ਅਸੀਂ ਆਪਣੇ ਜੋ ਵਿਸ਼ੇਸ਼ਤਾ ਹੈ, ਆਪਣੇ ਵਿਸ਼ਵਾਸ ਦੀ ਖਾਸੀਅਤ ਹੈ, ਉਸ ਖਾਸੀਅਤ ਨੂੰ ਪ੍ਰਗਟ ਕਰਨਾ ਇਹੀ ਸਾਡੀ ਬੁਲਾਵਾ ਹੈ। ਸਾਡੇ ਬੱਚਿਆਂ ਨੂੰ ਜਦੋਂ ਅਸੀਂ ਪਰਵਰਿਸ਼ ਕਰਦੇ ਹੋ ਉਹਦੇ ਵਿੱਚ ਕੋਈ ਈਸਾਈਅਤ ਹੋਣਾ ਚਾਹੀਦਾ ਹੈ। ਜਦੋਂ ਅਸੀਂ ਆਪਣੇ ਗੁਆਂਢੀਆਂ ਨਾਲ ਗੱਲਾਂ ਕਰਦੇ ਹੋ ਉਹਦੇ ਵਿੱਚ ਆਪਣੀ ਈਸਾਈਅਤ ਹੋਣਾ ਚਾਹੀਦਾ ਹੈ। ਇਸ ਈਸਾਈਅਤ ਨੂੰ ਪ੍ਰਭੂ ਯਿਸੂ ਦੇ ਅੰਜੀਲ ਕਹਿੰਦੇ ਹਨ, ਪ੍ਰਭੂ ਯਿਸੂ ਦੇ ਪਿਆਰ ਕਹਿੰਦੇ ਹਨ। ਉਸ ਪਿਆਰ ਨੂੰ ਅਸੀਂ ਜਦੋਂ ਪ੍ਰਗਟ ਕਰੋਗੇ, ਉਸ ਪਿਆਰ ਨੂੰ ਪ੍ਰਗਟ ਕਰਨ ਦੇ ਲਈ ਖੁਦਾ ਸਾਨੂੰ ਬੁਲਾਇਆ ਹੈ। ਸੋ ਇਸ ਲਈ ਅਸੀਂ ਕਹਿੰਦਾ ਹੈ ਕਿ ਵਿਆਹ ਇੱਕ ਬੁਲਾਹਟ ਹੈ ਜਾਂ ਪਰਿਵਾਰ ਇੱਕ ਬੁਲਾਹਟ ਹੈ। ਹੁਣ ਵਿਆਹ ਦੀਆਂ 3 ਖੂਬੀਆਂ ਅਸੀਂ ਦੇਖਾਂਗੇ। ਪਹਿਲਾ ਹੈ ਵਿਆਹ ਦੀ ਏਕਤਾ, ਦੂਸਰਾ ਹੈ ਬੱਚਿਆਂ ਦੀ ਪੈਦਾਇਸ਼ ਅਤੇ ਪਰਵਰਿਸ਼, ਤੀਸਰਾ ਸਾਕਰਾਮੈਂਟ। ਵਿਆਹ ਦੀ ਏਕਤਾ, ਇਹਦਾ ਭਾਵ ਕੀ ਹੈ, ਇਹਦਾ ਮਤਲਬ ਕੀ ਹੈ? ਇਹਦਾ ਭਾਵ ਇਹ ਹੈ ਕਿ ਦੋਵੇਂ ਪਤੀ ਪਤਨੀ ਮੁਹੱਬਤ ਅਤੇ ਵਫਾਦਾਰੀ ਨਾਲ ਜ਼ਿੰਦਗੀ ਭਰ ਇੱਕ ਦੂਜੇ ਨਾਲ ਜੁੜੇ ਰਹਿਣ ਅਤੇ ਕੋਈ ਵੀ ਇਹਨਾਂ ਵਿੱਚੋਂ ਕੋਈ ਵੀ ਵਿਆਹ ਦੇ ਬੰਧਨ ਦੇ ਖਿਲਾਫ ਕੰਮ ਨਾ ਕਰਨ, ਸੋਚ ਵੀ ਨਾ ਲੈਣ। ਸੋ ਏਕਤਾ ਦਾ ਮਤਲਬ ਹੈ ਕਿ ਮਰਨ ਤੱਕ ਇਹ ਦੋ ਜੀ ਇੱਕ ਹੀ ਰਹਿਣ, ਵਫਾਦਾਰ ਰਹਿਣ, ਈਮਾਨਦਾਰ ਰਹਿਣ ਔਰ ਇੱਕ ਦੂਜੇ ਦੇ ਤਾਬੇਦਾਰ ਰਹਿਣ। ਔਰ ਇਹਨਾਂ ਨੂੰ ਕੌਣ ਅਲੱਗ ਕਰ ਸਕਦਾ ਹੈ? ਮੌਤ ਹੀ ਅਲੱਗ ਕਰ ਸਕਦਾ ਹੈ। ਇਸ ਲਈ ਮੈਂ ਕਿਹਾ ਸੀ ਵਿਆਹ ਕਰਕੇ ਇਹ ਨਾ ਸੋਚੋ ਕਿ ਹਾਂ ਜੇ ਮੈਨੂੰ ਚੰਗਾ ਨਹੀਂ ਲੱਗਾ ਮੈਂ ਇਹਨੂੰ ਛੱਡ ਦੇਵਾਂਗਾ, ਡਾਈਵੋਰਸ ਦੇ ਦਾਂਗਾ। ਉਸ ਤਰ੍ਹਾਂ ਨਹੀਂ। ਇੱਕ ਵਾਰ ਇੱਕ ਵਿਅਕਤੀ ਦਾ ਵਿਆਹ ਹੋਇਆ ਤਾਂ ਉਹ ਜ਼ਿੰਦਗੀ ਭਰ ਉਹ ਵਿਆਹ ਦੇ ਬੰਧਨ ਦੇ ਵਿੱਚ ਹੈ। ਭਲੇ ਉਹ ਦੋਵੇਂ ਜੀ ਅਲੱਗ-ਅਲੱਗ ਰਹਿੰਦੇ ਹੋਣ ਫਿਰ ਵੀ ਉਹ ਦੋਨੋਂ ਆਪਣੀ ਉਹ ਵਿਆਹ ਦੇ ਬੰਧਨ ਦੇ ਵਿੱਚ ਰਹੇਗਾ। ਇਸ ਲਈ ਅਸੀਂ ਵਿਆਹ ਜੋ ਵੀ ਪਰਿਵਾਰਿਕ ਜੀਵਨ ਗੁਜ਼ਾਰਨ ਦੇ ਲਈ ਚਾਹਵਾਨ ਹੈ ਉਹ ਇਸ ਗੱਲ ਨੂੰ ਸਮਝਣਾ ਹੈ ਕਿ ਇਹ ਇਸ ਦੀ ਇੱਕ ਅਟੁੱਟਤਾ ਹੈ, ਉਹ ਏਕਤਾ, ਉਹ ਅਸੀਂ ਕਦੀ ਵੀ ਅਲੱਗ ਨਹੀਂ ਕਰ ਸਕਦਾ। ਇਸ ਲਈ ਵਿਆਹ ਦੇ ਖਿਲਾਫ ਨਹੀਂ ਸੋਚਣਾ। ਮਤਲਬ ਸਾਡੇ ਦਿਮਾਗ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਲੋਕ ਕਹਿੰਦਾ ਕਿ ਹਾਂ ਫਾਜੀ ਮੈਂ ਇਹ ਸੋਚਿਆ ਕਿ ਇਹ ਵਿਅਕਤੀ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਇਸ ਲਈ ਮੈਂ ਸ਼ਾਦੀ ਕੀਤਾ, ਫਿਰ ਮੈਨੂੰ ਪਤਾ ਲੱਗਾ ਪੈਸਾ ਹੈ ਨਹੀਂ, ਹੁਣ ਮੈਂ ਇਹਨੂੰ ਛੱਡਣਾ ਚਾਹੁੰਦਾ। ਕੰਡੀਸ਼ਨ ਨਾਲ ਸ਼ਾਦੀ ਕਰੋਗੇ ਤਾਂ ਉਹ ਸ਼ਾਦੀ ਨਹੀਂ ਰਹਿੰਦਾ, ਨਿਕਾਹ ਨਹੀਂ ਰਹਿੰਦਾ। ਸੋ ਇਹਦਾ ਏਕਤਾ ਮਰਨ ਤੱਕ ਇਕੱਠ ਹੈ, ਮਜ਼ਬੂਤ ਰਹਿਣਾ ਚਾਹੀਦਾ ਹੈ। ਦੂਸਰਾ ਹੈ ਬੱਚਿਆਂ ਦੀ ਪੈਦਾਇਸ਼। ਖੁਦਾ ਦੀ ਸ੍ਰਿਸ਼ਟੀ ਕਾਰਜ ਵਿੱਚ ਹਿੱਸੇਦਾਰੀ ਪਾ ਕੇ ਸੰਤਾਨ ਪੈਦਾ ਕਰਨ ਅਤੇ ਉਹਨਾਂ ਨੂੰ ਮੁਹੱਬਤ ਨਾਲ ਕਬੂਲ ਕਰਨ, ਮਿਹਰਬਾਨੀ ਨਾਲ ਪਾਲਿਆ ਜਾਣ ਅਤੇ ਦੀਨਦਾਰੀ ਨਾਲ ਤਾਲੀਮ ਦਿੱਤੇ ਜਾਣ। ਸੋ ਵਿਆਹ ਦੇ ਬਾਅਦ ਤੁਸੀਂ ਇਹ ਨਾ ਸੋਚੋ ਕਿ ਮੇਰੇ ਕੋਈ ਜ਼ਿੰਮੇਵਾਰੀ ਨਹੀਂ ਹੈ। ਕਈ ਮਾਂ ਬਾਪ ਇਸ ਤਰ੍ਹਾਂ ਦਾ ਹੈ, ਬੱਚਾ ਹੋ ਗਿਆ ਔਰ ਡਾਡੀ ਕਦੀ ਵੀ ਬੱਚਿਆਂ ਦੇ ਧਿਆਨ ਨਹੀਂ ਰੱਖਦਾ। ਹਾਂ ਜੋ ਚੀਜ਼ਾਂ ਚਾਹੀਦਾ ਲੈ ਕੇ ਆਉਂਦਾ ਹੈ, ਪਰ ਡਾਡੀ ਇਹ ਨਹੀਂ ਸੋਚਦਾ ਕਿ ਉਹ ਕਿਵੇਂ ਪ੍ਰਾਰਥਨਾ ਕਰਦਾ ਹੈ, ਕਿਵੇਂ ਦੂਜਿਆਂ ਦੇ ਨਾਲ ਬੋਲਦਾ ਹੈ, ਜਦੋਂ ਬਾਹਰ ਦੂਸਰੇ ਬੱਚਿਆਂ ਦੇ ਨਾਲ ਖੇਡਦੇ ਹੋ ਉਹ ਕਿਵੇਂ ਖੇਡਦਾ ਹੈ, ਕੁਝ ਵੀ ਨਹੀਂ ਦੇਖਦਾ। ਸਾਰੀਆਂ ਜ਼ਿੰਮੇਵਾਰੀ ਕਿਹਦੇ ਉੱਤੇ ਹੈ? ਪਤਨੀ ਉੱਤੇ। ਕਈ ਹਸਬੈਂਡ ਬੜਾ ਚਲਾਕ ਹੈ, ਉਹ ਕੀ ਕਹਿੰਦਾ ਜੇ ਬੱਚਾ ਕਲਾਸ ਦੇ ਵਿੱਚ ਫਸਟ ਆਏ तो डैडी ने कहना हाँ मेरा बच्चा, देखो मेरा बच्चा। जे फेल होया तो कहना तू देखिया नहीं, तू देखना चाहिए सी, तू इत्थे की करदी रहिंदी सी बस। सो बच्चों के पैदाइश दे विच ही नहीं उन्हां दे परिवरिश विच भी हर एक दोवें जीवन साथियों का बराबर जिम्मेवारी है। और उन्हां नूं तालीम सिखाउणा परिवार है सब तो पहला क्लासरूम बच्चों के लिए, भले वो स्कूल का भी हो या चर्च का भी हो। सो माँ बाप उन्होंने अपने बच्चों को तालीम सिखाना, दीनदारी दे नाल उन्होंने ये सिखाना कि किस तरह गिरजाघर दे विच दाखिल होना, गिरजाघर दे विच किस तरह मत्था टेकना, किस तरह घुटने टेकना, क्योंकि उन्होंने मम्मी डैडी ने सिखाया नहीं। सो हुण साडी जिम्मेवारी आवेगा
ਜਦੋਂ ਤੁਸੀਂ ਵੱਡੇ ਹੋ ਕੇ ਪਰਿਵਾਰਿਕ ਜ਼ਿੰਦਗੀ ਸ਼ੁਰੂ ਕਰੋਗੇ, ਤੁਸੀਂ ਜਿਹੜੀਆਂ ਕਮੀਆਂ ਅੱਜ ਕੱਲ੍ਹ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਅਤੇ ਆਪਣੇ ਕਲੀਸਿਆ ਵਿੱਚ ਦੇਖਦੇ ਹੋ ਬੱਚਿਆਂ ਦੇ ਵਿੱਚ, ਉਸ ਕਮੀ ਨੂੰ ਪੂਰਾ ਕਰਨ ਦੀ ਇਰਾਦਾ ਰੱਖੋ ਅਤੇ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਰੱਖੋ ਕਿ ਬੱਚਿਆਂ ਦੀ ਪੈਦਾਇਸ਼ ਅਤੇ ਪਰਵਰਿਸ਼ ਦੇ ਵਿੱਚ ਤੁਹਾਡੀ ਜ਼ਿੰਮੇਵਾਰੀਆਂ ਕੀ ਹੈ। ਉਹਨਾਂ ਨੂੰ ਪੈਦਾ ਕਰਨ ਅਤੇ ਉਹਨਾਂ ਨੂੰ ਮੁਹੱਬਤ ਨਾਲ ਕਬੂਲ ਕਰਨ। ਕੁਝ ਲੋਕ ਬੱਚਿਆਂ ਨੂੰ ਕਬੂਲ ਨਹੀਂ ਕਰਦੇ। ਮੈਂ ਸੋਚਿਆ ਸੀ ਕਿ ਲੜਕਾ ਹੋਵੇਗਾ, ਹੁਣ ਲੜਕੀ ਹੋ ਗਈ, ਜਾਂ ਮੈਂ ਸੋਚਿਆ ਸੀ ਲੜਕੀ ਹੋਵੇਗੀ ਤੇ ਹੁਣ ਲੜਕਾ ਹੋ ਗਿਆ। ਫਿਰ ਉਹਨਾਂ ਨੂੰ ਪਿਆਰ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰਦੇ। ਜੋ ਵੀ ਹੈ, ਜੋ ਬੱਚਾ ਤੁਹਾਨੂੰ ਮਿਲਦਾ ਹੈ, ਉਹ ਕਿਸ ਤਰ੍ਹਾਂ ਦਾ ਵੀ ਹੋ, ਉਹ ਖੁਦਾ ਦੇ ਦਾਨ ਮੰਨ ਕੇ ਉਹਨਾਂ ਨੂੰ ਕਬੂਲ ਕਰਨਾ ਔਰ ਮਿਹਰਬਾਨੀ ਨਾਲ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਅਤੇ ਉਹਨਾਂ ਨੂੰ ਦੀਨਤਾ ਨਾਲ ਸਾਰੀਆਂ ਦੁਆਵਾਂ ਔਰ ਆਤਮਿਕ ਕੰਮਾਂ ਸਿਖਾਉਣਾ। ਹੁਣ ਅਸੀਂ ਦੇਖਾਂਗੇ ਸਾਕਰਮੈਂਟ। ਸਾਕਰਮੈਂਟ ਦਾ ਭਾਵ ਇਹ ਹੈ ਕਿ ਵਿਆਹ ਇੱਕ ਅਟੁੱਟ ਬੰਧਨ ਹੈ ਜੋ ਕੇਵਲ ਮੌਤ ਹੀ ਇੱਕ ਦੂਜੇ ਨੂੰ ਅਲੱਗ ਕਰ ਸਕਦਾ ਹੈ। ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਉਹ ਏਕਤਾ ਬਾਰੇ ਵੀ ਇਹੀ ਗੱਲ ਆਏਗਾ। ਸਾਕਰਮੈਂਟ ਇਸ ਲਈ ਹੈ ਕਿ ਖੁਦਾ ਪ੍ਰਭੂ ਯਿਸੂ ਨੇ ਇਸ ਨੂੰ ਮੁਕਰਰ ਕੀਤਾ ਸਾਕਰਮੈਂਟ ਦੇ ਤੌਰ ਤੇ। ਜੇਕਰ ਦੋਵੇਂ ਇੱਕ ਦੂਜੇ ਤੋਂ ਅਲੱਗ ਹੋ ਵੀ ਜਾਣ, ਜੇਕਰ ਇੱਕ ਸੋਚਦਾ ਹੈ, ਕਈ ਵਾਰ ਕਈ ਗੱਲਾਂ ਹੋ ਜਾਂਦਾ ਹੈ ਕਿ ਉਹ ਦੋਵੇਂ ਇਕੱਠੇ ਜੀ ਨਹੀਂ ਪਾਉਂਦਾ, ਅਲੱਗ ਹੋਣਾ ਹੀ ਸਾਰੇ ਪ੍ਰੋਬਲਮ ਦਾ ਸੋਲੂਸ਼ਨ ਹੈ। ਤੋ ਖੁਦਾ ਕਹਿੰਦਾ ਕਿ ਜੇਕਰ ਇੱਕ ਦੂਜੇ ਤੋਂ ਅਲੱਗ ਵੀ ਹੋ ਜਾਣ ਤਾਂ ਦੂਸਰਾ ਵਿਆਹ ਨਾ ਕਰਨ। ਪਰ ਅੱਜ ਕੱਲ੍ਹ ਡਾਈਵੋਰਸ ਇਸ ਲਈ ਹੁੰਦਾ ਹੈ ਕਿ ਉਹ ਜਾ ਕੇ ਦੂਸਰਾ ਵਿਆਹ ਕਰ ਸਕੇ। ਪ੍ਰਭੂ ਕਹਿੰਦਾ ਹੈ ਕਿ ਦੂਸਰਾ ਵਿਆਹ ਨਾ ਕਰਨ। ਇੱਕ ਵਾਰ ਤੁਹਾਡਾ ਨਿਕਾਹ ਹੋ ਗਿਆ, ਵਿਆਹ ਹੋ ਗਿਆ, ਜ਼ਿੰਦਗੀ ਭਰ ਆਪਣੇ ਇਸੇ ਵਿਆਹ ਦੇ ਬੰਧਨ ਦੇ ਵਿੱਚ ਏਕਤਾ ਵਿੱਚ ਰਹਿਣਾ। ਮਾਂ-ਬਾਪ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਹੁਣ ਕੀ ਹੈ ਅਸੀਂ ਦੇਖਾਂਗੇ। ਮਾਂ-ਬਾਪ ਦੀ ਜ਼ਿੰਮੇਵਾਰੀ ਇਹ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਉਹਨਾਂ ਨੂੰ ਪਿਆਰ ਅਤੇ ਚੰਗੇ ਗੁਣਾਂ ਵਿੱਚ ਪੜ੍ਹਾਈ ਅਤੇ ਮਸੀਹੀ ਵਿਸ਼ਵਾਸ ਅਤੇ ਨੈਤਿਕ ਗੁਣਾਂ ਵਿੱਚ ਵਧਣ ਵਿੱਚ ਸਹਾਇਤਾ ਕਰਨਾ। ਉਹਨਾਂ ਨੂੰ ਚੰਗੇ ਪੜ੍ਹਾਈ ਦੇਣਾ, ਚੰਗੇ ਤਾਲੀਮ ਦੇਣਾ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਉਹਨੂੰ ਤਾਲੀਮ ਦੇ ਕਲਾਸ ਵਿੱਚ ਬਿਠਾਉਣਾ। ਤੁਸੀਂ ਆਪ ਟੀਚਰ ਬਣ ਕੇ ਤਾਲੀਮ ਸਿਖਾਉਣਾ, ਤਾਂ ਉਹ ਆਦਤ ਉਹਨਾਂ ਨੂੰ ਗਿਰਜਾ ਘਰ ਦੇ ਵਿੱਚ ਵੀ ਮਿਲੇਗਾ। ਤੁਸੀਂ ਦੇਖੋ, ਤੁਸੀਂ ਕਿੰਨੇ ਆਪਣੇ ਬੱਚਿਆਂ ਨੂੰ ਕਿੰਨੇ ਲੋਕਾਂ ਦੇ ਕੋਲ ਟਿਊਸ਼ਨ ਰਖਾਉਂਦੇ ਹੋ, ਸਾਇੰਸ ਦੇ, ਮੈਥਮੈਟਿਕਸ ਦਾ, ਜਿਓਗ੍ਰਾਫੀ ਦਾ, ਇੰਗਲਿਸ਼ ਦਾ, ਸਾਰੇ ਵਿਸ਼ੇ ਦੇ ਲਈ ਟਿਊਸ਼ਨ ਰੱਖਾ ਹੈ। ਕਦੀ ਵੀ ਮੈਂ ਇਹ ਨਹੀਂ ਸੁਣਿਆ ਕਿ ਕੈਟੇਕਿਜ਼ਮ ਕਲਾਸ ਦੇ ਲਈ ਜਾਂ ਕੈਟੇਕਿਜ਼ਮ ਤਾਲੀਮ ਦੇ ਲਈ ਕਿਸੇ ਨੇ ਟਿਊਸ਼ਨ ਰੱਖਿਆ। ਹਾਂ, ਅਗਰ ਤੁਸੀਂ ਕਿਸੇ ਨੂੰ ਬੇਨਤੀ ਕੀਤਾ ਕਿ ਤੁਹਾਡੇ ਬੱਚੇ ਨੂੰ ਥੋੜਾ ਤਾਲੀਮ ਦੱਸ ਕੇ ਦੇਵੇ, ਜਿੰਨੇ ਪੈਸੇ ਤੁਸੀਂ ਆਪਣੇ ਦੂਸਰੇ ਪੜ੍ਹਾਈ ਦੇ ਲਈ ਖਰਚ ਕਰਦੇ, ਉਹਨਾਂ ਵਿੱਚੋਂ 10 ਰੁਪਇਆ ਵੀ ਇਹ ਵਿਅਕਤੀ ਨੂੰ ਨਹੀਂ ਦਿੰਦੇ। ਸਭ ਤੋਂ ਪਹਿਲਾਂ ਜ਼ਿੰਮੇਵਾਰੀ ਹੈ ਆਪਣੇ ਵਿਸ਼ਵਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਵਧਾਉਣਾ। ਸੋ ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਬਿਠਾ ਕੇ ਰੋਜ਼ਰੀ ਦੀ ਜਾਪ ਨਹੀਂ ਕਰਦੇ, ਬਾਈਬਲ ਨਹੀਂ ਪੜ੍ਹਦੇ, ਬੱਚੇ ਕਦੀ ਵੀ ਇਸ ਦੇ ਵੱਲ ਨਹੀਂ ਆਵੇਗਾ। ਫਿਰ ਜਦੋਂ ਬੱਚਾ ਵੱਡੇ ਹੋ ਜਾਂਦਾ ਹੈ, ਜਦੋਂ ਉਸ ਸਮੇਂ ਤੁਹਾਨੂੰ ਲੋੜ ਹੈ ਖੁਦਾ ਦੀ, ਕਿਉਂਕਿ ਤੁਹਾਨੂੰ ਪਤਾ ਹੈ ਵੱਡੇ ਬੱਚੇ ਮਾਂ-ਬਾਪ ਦਾ ਕਹਿਣਾ ਨਹੀਂ ਮੰਨਦਾ। ਤਾਂ ਤੁਸੀਂ ਕੀ ਕਹਿੰਦੇ, ਹਾਏ ਇਹ ਕੀ ਹੋਇਆ, ਮੈਂ ਕਿੰਨੇ ਪਿਆਰ ਕੀਤਾ, ਜੋ ਕੁਝ ਵੀ ਉਹ ਮੰਗਿਆ ਸੀ ਮੈਂ ਦੇ ਦਿੱਤਾ, ਫਿਰ ਵੀ ਹੁਣ ਉਹ ਮੇਰੀ ਗੱਲ ਨਹੀਂ ਮੰਨਦਾ। ਕਿਉਂ ਨਹੀਂ ਮੰਨਦਾ? ਕਿਉਂਕਿ ਅਸੀਂ ਸ਼ੁਰੂ ਤੋਂ ਆਪਣੇ ਬੱਚਿਆਂ ਨੂੰ ਈਮਾਨ ਵਿੱਚ ਨਹੀਂ ਵਧਾਏ। ਸੋ ਜ਼ਿੰਮੇਵਾਰੀ, ਸਭ ਤੋਂ ਪਹਿਲਾਂ ਜ਼ਿੰਮੇਵਾਰੀ ਮਸੀਹੀ ਤਾਲੀਮ ਉਹਨਾਂ ਨੂੰ ਪੜ੍ਹਾਉਣਾ, ਵਿਸ਼ਵਾਸ ਦੇ ਵਿੱਚ ਅਤੇ ਨੈਤਿਕ ਗੁਣਾਂ ਵਿੱਚ। ਨੈਤਿਕ ਗੁਣ ਜੋ ਚੰਗੇ ਗੁਣ ਹੈ, ਆਦਰ ਕਰਨਾ, ਜਦੋਂ ਵੱਡੇ ਆ ਜਾਂਦੇ ਉੱਡ ਜਾਣਾ, ਗਰੀਬ ਲੋਕਾਂ ਨੂੰ ਪਾਣੀ ਪਿਲਾਣਾ, ਲੋੜਵੰਦ ਹੈ ਉਹਨਾਂ ਨੂੰ ਮਦਦ ਦੇਣਾ, ਦੂਸਰਿਆਂ ਦੇ ਕਮਜ਼ੋਰੀਆਂ ਨੂੰ, ਗਲਤੀਆਂ ਨੂੰ ਮਾਫ ਕਰਨਾ। ਇਹ ਸਾਰੇ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਤੁਸੀਂ ਆਪ ਪਾਵੋਗੇ, ਫਿਰ ਉਹ ਕੀ ਬਣੇਗਾ? ਉਹ ਬਾਅਦ ਵਿੱਚ ਦੇਸ਼ ਦਾ ਚੰਗੇ ਨਾਗਰਿਕ ਬਣੇਗਾ। ਸੋ ਮਾਂ-ਬਾਪ ਦੀ ਜ਼ਿੰਮੇਵਾਰੀ ਇਹ ਹੈ ਕਿ ਇੱਕ ਬੱਚੇ ਨੂੰ ਆਪਣੇ ਵਿਸ਼ਵਾਸ ਦਿਲਾਉਣ ਦੇ ਨਾਲ, ਨੈਤਿਕ ਗੁਣ ਬੋਲ ਕੇ ਦੇਣ ਦੇ ਨਾਲ ਉਹਨਾਂ ਨੂੰ ਇੱਕ ਚੰਗੇ ਨਾਗਰਿਕ ਬਣਾਉਣ। ਇਸੇ ਤਰ੍ਹਾਂ ਬੱਚੇ ਇਹ ਨਾ ਸੋਚੋ ਕਿ ਤੁਹਾਡਾ ਕੋਈ ਜ਼ਿੰਮੇਵਾਰੀ ਨਹੀਂ ਹੈ, ਤੁਹਾਡਾ ਵੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਬੱਚੇ ਹੋ, ਹੁਣ ਤੁਸੀਂ ਸੋਚ ਕੇ ਦੇਖੋ, ਇਹ ਜ਼ਿੰਮੇਵਾਰੀ ਨੂੰ ਮੈਂ ਆਪਣੇ ਪਰਿਵਾਰ ਦੇ ਵਿੱਚ ਪੂਰਾ ਕਰਦਾ ਹੈ, ਜਾਂ ਮੈਨੂੰ ਨया ਮੋਬਾਈਲ ਫੋਨ ਲੈ ਕੇ ਦੇ ਦਿਓ, ਮੈਨੂੰ ਇਹ ਕੋਟੀ ਲੈ ਕੇ ਦੇ ਦਿਓ, ਇਹ ਸੂਟ ਲੈ ਕੇ ਦੇ ਦਿਓ। ਬਸ ਇਹ ਸਾਰੀਆਂ ਅਸੀਂ ਹਮੇਸ਼ਾ ਮੰਗਤੇ ਰਹਿੰਦੇ ਨਾ। ਸੋ ਤੁਹਾਨੂੰ ਹੁਣ ਬੱਚੇ ਨੇ ਬੁਲਾ ਸਕਦਾ, ਮੰਗਤੇ ਬੁਲਾ ਸਕਦੇ ਹੋ।
ਜਦੋਂ ਜ਼ਿੰਮੇਵਾਰੀ ਨੂੰ ਪੂਰਾ ਕਰੋਗੇ ਤਾਂ ਅਸੀਂ ਬੱਚੇ ਕਹਿਲਾ ਸਕੋਗੇ। ਇਹ ਇਸ ਤਰ੍ਹਾਂ ਬੱਚਿਆਂ ਨੂੰ ਵੀ ਆਪਣੇ ਮਾਂ-ਬਾਪ ਤੋਂ ਸਲਾਹ ਲੈਣਾ ਚਾਹੀਦਾ ਹੈ ਅਤੇ ਉਹਨਾਂ ਦੀ ਆਗਿਆਕਾਰੀ ਵਿੱਚ ਰਹਿਣਾ ਚਾਹੀਦਾ ਹੈ। ਹਰ ਗੱਲ ਤੇ ਸਲਾਹ ਲੈਣਾ ਹੈ ਤੇ ਉਹਨਾਂ ਦੀ ਆਗਿਆਕਾਰੀ ਵਿੱਚ ਰਹਿਣਾ। ਇਹ ਦੋ ਜ਼ਿੰਮੇਵਾਰੀ ਹੁਣ ਇਸ ਸਮੇਂ ਤੁਹਾਡਾ ਹੈ। ਸੋ ਜੋ ਮੈਨੂੰ ਸੁਣਦਾ ਹੈ, ਤੁਸੀਂ ਆਪਣੇ ਜੀਵਨ ਦੇ ਵਿੱਚ ਪਰਖ ਕੇ ਦੇਖੋ ਕਿ ਮੈਂ ਹਰ ਗੱਲ ਤੇ ਆਪਣੀ ਮੰਮੀ ਡੈਡੀ ਨਾਲ ਸ਼ੇਅਰ ਕਰਦਾ ਹੈ ਸਲਾਹ ਲੈਣ ਦੇ ਲਈ। ਮੈਂ ਆਪਣੀ ਮੰਮੀ ਡੈਡੀ ਦੀ ਮਦਦ ਕਰਦਾ ਹੈ, ਉਹਨਾਂ ਦੀ ਆਗਿਆਕਾਰੀ ਵਿੱਚ ਰਹਿੰਦਾ ਹੈ। ਬਹੁਤ ਸਾਰੇ ਬੱਚਿਆਂ ਨੂੰ ਮੈਂ ਦੇਖਿਆ ਸਮਾਜ ਦੇ ਸਾਹਮਣੇ, ਬਾਕੀ ਲੋਕਾਂ ਦੇ ਸਾਹਮਣੇ ਆਪਣੇ ਮੰਮੀ ਡੈਡੀ ਦੀ ਬੇਇੱਜ਼ਤੀ ਕਰਦਾ ਹੈ ਤੂੰ ਬੋਲ ਕੇ। ਜੇ ਮੰਮੀ ਇਧਰ ਬੁਲਾਓਗੀ ਤਾਂ ਮੈਨੇ ਆਉਣਾ, ਸਿੱਧੇ ਬੋਲ ਦਿੰਦੇ ਹੋ। तो इसी तरह किन्ने लोग अपने मम्मी डैडी की बेइज्जती करता है। सो असी अपने माँ बाप की आज्ञाकारी विच रहना अते हर गल दे लई अपने मम्मी डैडी कोलों सलाह लेना। दूसरा, माड़े हालत दियां खास मुश्किलां अते फर्जां। मैं किया सी ना परिवार जिंदगी दे विच भी मुश्किलां है, कई बार माड़े हालत विच भी है। अजकल असी माड़े हालत विच है कोविड-19 के लॉकडाउन के कारण। तुहानू पता है तुहाडे डैडी तुहाडे सारे इच्छावां नूं पूरा नहीं कर सकते, फिर भी तुसी देखो वो अपने दुख नूं छुपाउंदे होए तुहाडियां सारियां विशेस पूरा करदा है। सो ये माड़े हालत विच तुसी किस तरह इसका सामना करना वो भी सिखाउणा बच्चियां नूं सिखाउणा कि गरीबी की है, भुख की है, दुख की है, वो महसूस कराउणा उन्हां नूं। ਜਦੋਂ ਉਹ खुद महसूस करोगे तो वो अपने जीवन ਦੇ ਵਿੱਚ ਬਾਕੀ ਉਹਨਾਂ ਉਸੇ ਤਰ੍ਹਾਂ ਦੇ ਲੋਕਾਂ ਨੂੰ ਦੇਖ ਕੇ ਨੈਤਿਕ ਕੰਮਾਂ ਵਿੱਚ ਉਹਨਾਂ ਦੀ ਮਦਦ ਕਰ ਸਕੋਗੇ। ਬੱਚਿਆਂ ਦੀ ਪੈਦਾਇਸ਼ ਅਤੇ ਪਰਵਰਿਸ਼ ਫਰਜ਼ ਅਤੇ ਜ਼ਿੰਮੇਵਾਰੀਆਂ ਉਹਦੇ ਵਿੱਚ ਵੀ ਬਹੁਤ ਮੁਸ਼ਕਿਲ ਹੈ। ਛੋਟੇ ਬੱਚੇ ਹੁੰਦੇ ਬਹੁਤ ਸਾਰੇ ਮੁਸ਼ਕਿਲਾਂ ਹੈ, ਕਿਤੇ ਜਾ ਵੀ ਨਹੀਂ ਸਕਦਾ, ਕਿਸ ਨੂੰ ਮਿਲਣ ਨਹੀਂ ਜਾ ਸਕਦੇ। ਕਈ ਵਾਰ ਮੈਂ ਕਈ ਮਾਵਾਂ ਕੋਲੋਂ ਸੁਣਿਆ ਹੈ ਕਿ ਰਾਤ जागते रहते अपने बच्चों को सुलाउण दे लई। और जब बच्चे बीमार हो जाता है कई माँ बाप अपने काम छड्ड के अपने बच्चों की देखभाल करता है। उस तरह के माड़े हालत भी परिवार दे विच होवेगा। वो समय असी एक दूजे दे साथ देना चाहिए है। दूसरा, अपने खानदान दियां लोड़ां नूं पूरियां करन दियां फिक्रां, वो टेंशन हमेशा रहिंदा है। सिंगल है तो कोई फिक्र नहीं है, पर एक बार शादी हो गया हुण 2 जन का, जो बच्चे हो गए 3 जन का, हुण 4 जन का। उस तरह परिवार के सारे मैंबरां दे लोड़ां नूं पूरा करन दा फिक्र हमेशा रहिंदा है। असी टेंशन विच नहीं रहना, विश्वास करना कि खुदा मेरी साथ देवोगे अते खुदा मेरी मदद करोगे। जो प्रोफेशन तुहाडा है वो प्रोफेशन नूं ईमानदारी दे नाल पूरा करदे जाओ अते हर दिन प्रार्थना करते रहो तो तुहाडे ये फिक्र खुदा आप दूर करेगा। उन्हां दुखा ते तकलीफां नूं बर्दाश्त करना सिखाउणा, जिस तरह मैं तुहानूं दस्सिया सी। जे आपां बचपन दे विच इन्हां दुखां नूं बर्दाश्त करना नहीं सिੱਖਿਆ, ਵੱਡੇ ਹੋ ਕੇ भी नहीं सीखोगे तो वो दुखा तकलीफ दे विच असीं ना इन्ने टेंशन दे विच आवेगा, लड़ाई झगड़ा करदा मुख मेहमान होवेगा, हर गल ते लड़ाई होवेगा। एक गिलास पानी पूछिया तो पत्नी ने कहना तू उठ के नहीं ले पी सकता, तो पति ने कहना कि तू उत्ते की कर दी, तू लेके नहीं आ सकती। इसी तरह लड़ाई झगड़े ये टेंशन के नाल होवेगा। और दूसरी गल, खास गल अपने मन दे विच रखो कि एक दूजे दे कसूरां नूं अते खामियां नूं नज़रअंदाज करना, माफ़ करना। आजकल पारिवारिक लड़ाई झगड़े दे मुख्य कारण यह है कि मैं अपने जीवन साथी दे गलतियां नूं माफ़ करने लई तैयार नहीं है। इसलिए जो कुछ भी मेरे जीवन साथी करोगे कहोगे वो मेरे लिए गुस्से का कारण बन जाता है और वो गुस्सा उन्हां दे रिश्ते नूं अलग 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 लेके जाता है। इसलिए जीवन साथी दे अते बच्चों का भी, पर बच्चों का मैं ये नहीं कहना कि बच्चों का नज़रअंदाज करे, उन्होंने सुधारन की कोशिश करना है प्यार दे नाल समझा के। कई बार मैं कई माँ बाप ने देखे कि सिर ते वट वट के मारदा है, वो ये नहीं सोचता कि उन्होंने जो दिमाग है IQ बुद्धि है ਉਹਦੇ ਵਿੱਚ भी असर हो सकता है। कई बार कितने हादसा हो चुके हैं, वो बच्चा मरण तक उसी तरह बेड दे लेटे मैं देखिया है। सो अपने बच्चों नूं प्यार नाल सुधारन दी जिम्मेवारी और वो मुश्किल नूं जीवन साथी दोनों बराबर
ਸਾਥ ਦੇ ਕੇ ਪੂਰਾ ਕਰਨਾ ਚਾਹੀਦਾ ਹੈ। ਕੋਈ ਵੀ ਵਿਆਹ ਨੂੰ ਨਹੀਂ ਤੋੜ ਸਕਦੇ, ਕਿਉਂਕਿ ਮਤੀ ਦੀ ਅੰਜੀਲ 19 ਬਾਬ ਦੇ 6 ਆਇਤ ਵਿੱਚ ਕੀ ਲਿਖਿਆ, ਜਿਸ ਨੂੰ ਖੁਦਾ ਨੇ ਜੋੜਿਆ ਹੈ ਉਹਨਾਂ ਨੂੰ ਇਨਸਾਨ ਅਲੱਗ ਨਾ ਕਰੇ। ਜਿਸ ਨੂੰ ਖੁਦਾ ਨੇ ਜੋੜਿਆ ਹੈ ਉਹਨਾਂ ਨੂੰ ਇਨਸਾਨ ਅਲੱਗ ਨਾ ਕਰੇ। ਹੁਣ ਕੀ ਹੈ, ਸੱਸ ਅਤੇ ਨੂੰਹ ਦੇ ਵਿੱਚ ਲੜਾਈ ਝਗੜੇ, ਜਿਸ ਨੂੰ ਖੁਦਾ ਨੇ ਜੋੜਿਆ ਮਨੁੱਖ ਅਲੱਗ ਨਾ ਕਰੇ। ਤਾਂ ਉਹ ਲੜਾਈ ਹੌਲੀ ਹੌਲੀ ਇਹ ਰਿਸ਼ਤੇ ਨੂੰ ਵੀ ਅਲੱਗ ਕਰ ਸਕਦਾ ਹੈ। ਵਿਆਹ ਦਾ ਖੂਬੀ ਅਸੀਂ ਦੇਖਿਆ, ਤੇ ਇਸੇ ਤਰ੍ਹਾਂ ਵਿਆਹ ਦੇ ਬਾਰੇ ਜੋ ਦੂਸਰਾ ਅਧਿਆਇ ਹੈ ਇਹ ਥੋੜੇ ਸੰਖੇਪ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੱਤਾ। ਬਾਕੀ ਤੁਸੀਂ ਟਾਈਮ ਲਾ ਕੇ ਇਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਆਪਣੇ ਇਮਤਿਹਾਨ ਦੇ ਲਈ ਤਿਆਰ ਰਹਿਣਾ। ਖੁਦਾ ਤੁਹਾਨੂੰ ਬਰਕਤ ਦੇਵੇ। ਸਾਰੇ